गुरु रूप साध संगत जीओ, वाहिगुरु जी का खालसा, वाहिगुरु जी की फतेह जी। दास प्रभजोत सिंह ਅੱਜ ਆਪ ਜੀ ਦੇ ਨਾਲ ਇੱਕ ਖਾਸ ਵਜ੍ਹਾ ਨੂੰ ਲੈ ਕੇ ਲਾਈਵ ਹੋਏ ਹਾਂ। ਅੱਜ ਸਮੁੱਚੇ ਪੰਥ ਨੇ ਜੋ ਦਰਦ ਹੰਢਾਇਆ ਹੈ, ਹੁਣ ਉਹਦੇ ਕੁਝ ਕੁ ਦਿਨ ਰਹਿ ਚੁੱਕੇ ਨੇ, ਪਰ ਇਹ ਪੂਰਾ ਹੀ ਸਾਲ, ਇਹ ਪੂਰਾ ਹੀ ਜੋ ਘੱਲੂਕਾਰਾ ਸਾਡੇ ਨਾਲ ਵਾਪਰਿਆ ਹੈ, ਉਹ ਨਾ ਹੀ ਸਿੱਖ ਕੌਮ ਕਦੇ ਉਹਨੂੰ ਭੁਲਾ ਸਕਦੀ ਹੈ ਅਤੇ ਨਾ ਹੀ ਕਦੇ ਸਾਡੇ ਹਿਰਦਿਆਂ ਦੇ ਵਿੱਚੋਂ ਪੰਥ ਦਾ ਇੰਨਾ ਵੱਡਾ ਸੰਤਾਪ ਨਿਕਲ ਸਕਦਾ ਹੈ। ਅੱਜ 8 ਜੂਨ ਦਾ ਦਿਨ ਹੈ। 1984 ਦੇ ਇਤਿਹਾਸ ਦੇ ਵਿੱਚ ਜੇਕਰ ਅੱਜ ਦੇ ਦਿਨ ਨੂੰ ਵਿਚਾਰਿਆ ਜਾਵੇ ਤਾਂ ਅੱਜ ਲਗਭਗ ਅੰਦਰੋਂ ਸਾਰੇ ਹੀ ਸਿੰਘ ਸ਼ਹੀਦ ਹੋ ਚੁੱਕੇ ਸਨ। ਕੁਝ ਕੁ ਸਿੰਘ ਹੁਣ ਰਹਿ ਗਏ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਉਹ 6 ਜੂਨ ਨੂੰ ਸ਼ਹੀਦੀ ਪਾ ਚੁੱਕੇ ਸਨ। ਬਾਬਾ ਜਰਨੈਲ ਸਿੰਘ ਜੀ ਹੋਰਾਂ ਦੇ ਵਿਚਾਰ 'ਤੇ ਚੱਲ ਕੇ ਹੋਰ ਵੀ ਅੱਗੇ ਜਿਹੜੇ ਸਿੰਘ ਸਨ, ਕੁਰਬਾਨੀਆਂ ਦੇਣ ਦੇ ਲਈ ਅੱਗੇ ਆ ਰਹੇ ਸਨ। ਅੱਜ ਦੇ ਦਿਨ ਦੇ ਵਿੱਚ 8 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗਿਆਨੀ ਜ਼ੈਲ ਸਿੰਘ ਆਉਂਦੇ ਨੇ ਅਤੇ ਗਿਆਨੀ ਜ਼ੈਲ ਸਿੰਘ ਜੀ ਜਿਹੜੇ ਕਿ ਇੱਕ ਸਿੱਖ ਰਾਸ਼ਟਰਪਤੀ ਹੋ ਕੇ ਉਹਨਾਂ ਨੇ ਦਰਬਾਰ ਸਾਹਿਬ ਅੰਦਰ ਆਉਣਾ ਕੀਤਾ ਅਤੇ ਅੱਜ ਉਹ ਸਮਝ ਲਓ ਕਾਫੀ ਸਾਲਾਂ ਬਾਅਦ, ਮੇਰੇ ਖਿਆਲ ਨਾਲ ਆਪਣੇ ਰਾਸ਼ਟਰਪਤੀ ਬਣਨ ਤੋਂ ਪਹਿਲੀ ਵਾਰ ਉਹ ਜਿਹੜੇ ਨੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਕਦੇ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿ ਵੀ ਉਹ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਜਾਵਣ। ਗਿਆਨੀ ਜ਼ੈਲ ਸਿੰਘ ਦਰਬਾਰ ਸਾਹਿਬ ਆਉਂਦੇ ਨੇ ਅਤੇ ਅੱਗੇ ਕੀਰਤਨ ਕਰ ਰਹੇ ਹੁੰਦੇ ਨੇ ਭਾਈ ਸੁਰਿੰਦਰ ਸਿੰਘ ਜੀ ਪਟਨਾ ਸਾਹਿਬ ਵਾਲੇ, ਅਤੇ ਕੀਰਤਨ ਕਰਦਿਆਂ ਉਹਨਾਂ ਨੇ ਭਾਈ ਗੁਰਦਾਸ ਜੀ ਦੀ 38ਵੀਂ ਵਾਰ ਦੀ ਪੌੜੀ ਜਿਹੜੀ ਹੈਗੀ ਹੈ ਉਹਦਾ ਕੀਰਤਨ ਸਰਵਣ ਕਰਵਾਇਆ। ਕੀਰਤਨ ਸੀ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟਾ। ਇਸ ਕੀਰਤਨ ਨੂੰ ਸੁਣ ਕੇ ਗਿਆਨੀ ਜ਼ੈਲ ਸਿੰਘ ਨੂੰ ਵੀ ਇੱਕ ਵਾਰ ਪਤਾ ਲੱਗ ਗਿਆ ਕਿ ਸਿੱਖਾਂ ਦੀ ਹੁਣ ਭਾਵਨਾ ਦਰਬਾਰ ਸਰਕਾਰ ਦੇ ਨਾਲ ਠੀਕ ਨਹੀਂ ਹੈਗੀ ਹੈ। ਸਿੱਖਾਂ ਨੇ ਜੋ ਦਰਬਾਰ ਸਾਹਿਬ ਦੇ ਅੰਦਰ ਖੂਨੀ ਮੰਜ਼ਰ ਵੇਖਿਆ ਆ, ਉਹ ਹੁਣ ਸਾਲੋ ਸਾਲ ਸਿੱਖਾਂ ਦੇ ਅੰਦਰੋਂ ਨਹੀਂ ਨਿਕਲੇਗਾ। ਅੱਜ ਇੱਕ ਹੋਰ ਚੀਜ਼ ਸਰਕਾਰ ਵੱਲੋਂ ਕੀਤੀ ਗਈ, ਜਿਹੜੇ ਲੋਕ ਇਸ ਗੱਲ 'ਤੇ ਬੜਾ ਜ਼ੋਰ ਪ੍ਰਚਾਰ ਕਰਦੇ ਨੇ ਬਈ ਅੰਦਰ ਖਾੜਕੂਵਾਦ ਦਾ ਪਹਿਰਾ ਕੱਢਣ ਦੇ ਲਈ ਸਰਕਾਰਾਂ ਨੇ ਇਹੋ ਜਿਹਾ ਕਦਮ ਚੁਕਾਇਆ। ਇਹੋ ਜਿਹਾ ਕਦਮ ਸਰਕਾਰਾਂ ਨੂੰ ਇਸ ਕਰਕੇ ਚੁੱਕਣਾ ਪਿਆ ਤਾਂ ਉਹਨਾਂ ਦੀ ਅੱਜ ਜਾਣਕਾਰੀ ਦੇ ਵਿੱਚ ਦੱਸ ਦਿੱਤੀ ਜਾਵੇ ਕਿ ਅੱਜ ਦੇ ਦਿਨ 8 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਸਿੱਖ ਇਤਿਹਾਸ ਦਾ ਵੱਡਾ ਸੋਮਾ, ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਹਦੇ ਵਿੱਚ ਬਹੁਤ ਪੁਰਾਣਾ ਇਤਿਹਾਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ, ਸਾਡਾ ਸਮਕਾਲੀਨ ਇਤਿਹਾਸ ਪਿਆ ਹੋਇਆ ਸੀ, ਜਿਹਨੂੰ ਕਿ ਬੰਬ ਦੇ ਨਾਲ ਉਡਾ ਕੇ ਉੱਥੇ ਅੱਗ ਲਗਾ ਕੇ ਉਸ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕਰ ਦਿੱਤਾ ਗਿਆ। ਉਹਦੇ ਨਾਲ ਜਿਹੜਾ ਸਾਡਾ ਸੋਰਸ ਸੀਗਾ ਇਤਿਹਾਸ ਦਾ, ਉਹਨੂੰ ਮਿਟਾ ਦਿੱਤਾ ਗਿਆ। ਇਸ ਗੱਲ ਦੀ ਸਮਝ ਸਾਨੂੰ ਪੈ ਜਾਂਦੀ ਆ ਕਿ ਸ਼੍ਰੀ ਦਰਬਾਰ ਸਾਹਿਬ 'ਤੇ ਹੋਇਆ ਹਮਲਾ ਕੇਵਲ ਇੱਕ ਫਿਜ਼ੀਕਲ ਅਟੈਕ ਹੀ ਨਹੀਂ, ਉਹ ਸਾਨੂੰ ਵਿਚਾਰਕ ਮਤਭੇਦ ਦੇ ਨਾਲ ਪਾਉਣਾ ਚਾਹੁੰਦੇ ਸਨ। ਵਿਚਾਰਕ ਹਮਲਾ ਵੀ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਾਖਾਨੇ 'ਤੇ ਵੀ ਹਮਲਾ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ਾਖਾਨੇ ਨੂੰ ਵੀ ਤਬਾਹ ਕਰ ਦਿੱਤਾ ਗਿਆ। ਭਾਵੇਂ ਕਿ ਬਾਅਦ ਦੇ ਵਿੱਚ ਸਰਕਾਰੀ ਸ਼ਹਿ 'ਤੇ ਕਈਆਂ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਬਈ ਸ਼੍ਰੀ ਦਰਬਾਰ ਸਾਹਿਬ ਦਾ ਤੋਸ਼ਾਖਾਨਾ, ਸਮਕਾਲੀਨ ਜਥੇਦਾਰਾਂ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਬਿਲਕੁਲ ਠੀਕ ਹੈ, ਪਰ ਸਰਕਾਰਾਂ ਨੇ ਉਸ ਸਮੇਂ ਦੀ ਅਤੇ ਜਿਹੜੀ ਕੱਟੜਪੰਥੀ ਸੋਚ, ਜਿਹੜੀ ਸੋਚ ਨਿਆਰੀ ਵਿਚਾਰਧਾਰਾ ਨੂੰ ਜਿਉਣ ਨਹੀਂ ਦਿੰਦੀ, ਉਹਨਾਂ ਵੱਲੋਂ ਸਿੱਖ ਇਤਿਹਾਸ ਨੂੰ ਮਿਟਾਉਣ ਦਾ ਇੱਕ ਗੱਲ ਦਾ ਸੂਚਕ ਸੀ ਕਿ ਸਰਕਾਰ ਕੇਵਲ ਹੋਰ ਯਤਨਾਂ ਦੇ ਨਾਲ ਨਹੀਂ, ਸਰਕਾਰ ਸਿੱਖਾਂ ਨੂੰ ਸਿਧਾਂਤਕ ਪੱਖੋਂ ਕਮਜ਼ੋਰ ਕਰਨਾ ਚਾਹੁੰਦੀ ਸੀ। ਇਹ ਸੋਰਸ ਮਿਟਾ ਕੇ ਜੋ ਸਿੱਖ ਇਤਿਹਾਸ ਦਾ ਨੁਕਸਾਨ ਹੋਇਆ ਹੈ, ਉਹ ਉਸੇ ਕਰਕੇ ਹੋਇਆ ਹੈ ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਰਕਾਰਾਂ ਵੱਲੋਂ ਅੱਗ ਲਗਾ ਦਿੱਤੀ ਗਈ। ਅੱਜ ਵੀ ਕਈ ਸੋਰਸ ਜਿਹੜੇ ਨੇ, ਕਾਫੀ ਬਹੁਮੁੱਲੇ ਖਜ਼ਾਨਾ ਜਿਹੜਾ ਸੀ ਉਹਦੇ ਵਿੱਚ ਅਗਨ ਭੇਟ ਹੋ ਗਿਆ। ਤੋ ਗਿਆਨੀ ਜ਼ੈਲ ਸਿੰਘ ਜੀ ਜਿਹੜੇ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ, ਇੱਧਰੋਂ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਦੇ ਹਰਗੰਦੀ ਸਨ, ਉਹਨਾਂ ਨੂੰ
पूरे दरबार साहब ਕੰਪਲੈਕਸ ਦੇ ਦਰਸ਼ਨ ਕਰਵਾ ਰਹੇ ਸਨ ਤੇ ਦੱਸ ਰਹੇ ਸਨ ਵੀ ਇਹ ਸਥਾਨ ਦੇਖੋ ਹੁਣ ਸਿੱਖਾਂ ਦੇ ਵਿੱਚੋਂ ਭਾਵੇਂ ਤੁਸੀਂ ਢਾਇਆ ਅਕਾਲ ਤਖਤ ਵੀ ਠੀਕ ਕਰ ਦਿਓ ਪਰ ਸਿੱਖਾਂ ਦੇ ਹਿਰਦੇ ਦੇ ਵਿੱਚੋਂ ਇਹ ਚੀਜ਼ ਕਦੇ ਨਹੀਂ ਨਿਕਲਣੀ। ਉਹ ਦੱਸਦੇ ਦੱਸਦੇ ਗਿਆਨੀ ਦਿਆਲ ਸਿੰਘ ਕੋਲੀਆਂ ਦੀ ਆਵਾਜ਼ ਵੀ ਸੁਣ ਰਹੇ ਸਨ, ਸਭ ਕੁਝ ਸੁਣ ਰਹੇ ਸਨ ਤੇ ਉਹਨਾਂ ਦੇ ਆਉਣ ਵਕਤ ਹੀ ਸਿੱਖ ਇਤਿਹਾਸ ਦਾ ਮੁਸੱਜਮਾ ਵੀ ਅਕਨ ਦੇ ਭੇਟ ਕਰ ਦਿੱਤਾ ਗਿਆ। ਅੱਜ ਹੁਣ 8 ਜੂਨ ਦਾ ਦਿਨ ਹੈ, ਕੱਲ 9 ਜੂਨ ਚੱਲ ਜਾਏਗਾ ਤੇ ਮੈਨੂੰ ਇੰਨਾ ਕੁ ਪਤਾ ਹੈਗਾ ਆ 6 ਜੂਨ ਤੱਕ ਤੁਸੀਂ ਇਹ ਸਾਰਾ ਕੁਝ ਹਿਰਦੇ ਦੇ ਵਿੱਚ ਵਸਾ ਕੇ ਰੱਖਿਆ ਹੈ। 6 ਜੂਨ ਤੋਂ ਬਾਅਦ ਆਪ ਜੀ ਦੀਆਂ WhatsApp ਡੀਪੀਆਂ ਵੀ ਚੇਂਜ ਹੋ ਜਾਣੀਆਂ ਨੇ, ਆਪ ਜੀ ਦੇ ਹਿਰਦੇ ਤੋਂ ਇਹ ਚੀਜ਼ ਚਲੀ ਜਾਣੀ ਹੈ। ਫਿਰ 1 ਸਾਲ ਦਾ ਪੈਕੇਜ ਤੁਸੀਂ ਰੱਖਦੇ ਹੋ, ਫਿਰ ਅਗਲੇ ਸਾਲ ਜਾ ਕੇ ਤੁਸੀਂ ਇਸ ਚੀਜ਼ ਨੂੰ ਵਿਚਾਰੋਗੇ, ਫਿਰ ਉਸੇ ਜੋਸ਼ ਦੇ ਨਾਲ ਫਿਰ ਵਾਪਸ ਤੁਸੀਂ ਇਸ ਚੀਜ਼ ਨੂੰ ਵਿਚਾਰੋਗੇ। 38 ਸਾਲਾਂ ਦੇ ਵਿੱਚ ਅਸੀਂ ਇਹੀ ਕੁਝ ਕਰਦੇ ਆਏ ਹਾਂ। ਅਜੇ ਤੱਕ ਸਾਨੂੰ ਨਹੀਂ ਪਤਾ ਚੱਲ ਰਿਹਾ ਵੀ ਅਸੀਂ ਕਿਸ ਸੋਰਸ ਦੇ ਨਾਲ ਆਪਣੇ ਇਤਿਹਾਸ ਨੂੰ ਅੱਗੇ ਵਧਾਈਏ, ਅਸੀਂ ਆਪਣੇ ਪ੍ਰਚਾਰ ਨੂੰ ਕਿਵੇਂ ਅੱਗੇ ਵਧਾਈਏ। ਸਾਡਾ ਉਸ ਚੀਜ਼ ਵੱਲ ਧਿਆਨ ਨਹੀਂ ਜਾ ਰਿਹਾ। ਜੂਨ 1984 ਦਾ ਵਾਪਰਿਆ ਘੱਲੂਘਾਰਾ ਸਿੱਖਾਂ ਨੂੰ ਸਿਧਾਂਤਕ ਪੱਖੋਂ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਸੀ, ਜਿਹਦੇ ਵਿੱਚ ਸਮੇਂ ਦੇ ਕਟਰਪੰਥੀ, ਸਮੇਂ ਦੀ ਸਰਕਾਰ, ਸਮੇਂ ਦੇ ਹਾਕਮ ਕਿਸੇ ਹੱਦ ਤੱਕ ਮੈਂ ਸਮਝਦਾ ਹਾਂ ਕਾਮਯਾਬ ਵੀ ਹੋ ਚੁੱਕੇ ਨੇ, ਕਿਉਂਕਿ ਅਸੀਂ ਆਪਣੇ ਇਤਿਹਾਸਕ ਪੱਖੋਂ ਬੜੇ ਕਮਜ਼ੋਰ ਹੋ ਗਏ ਹਾਂ। ਸਿਧਾਂਤਕ ਪੱਖੋਂ ਸਿੱਖ ਹੁਣ ਕਮਜ਼ੋਰ ਹੁੰਦਾ ਜਾ ਰਿਹਾ ਆ। ਜਿਹੜੀ ਵਿਚਾਰ ਦੂਜਿਆਂ ਨੂੰ ਚੰਗੀ ਨਹੀਂ ਸੀ ਲੱਗਦੀ, ਦੂਜਿਆਂ ਦੇ ਅੱਖਾਂ ਦੇ ਵਿੱਚ ਰੜਕਦੀ ਸੀ, ਅਸੀਂ ਉਸ ਪਾਪ ਦੇ ਭਾਗੀਦਾਰ ਬਣ ਕੇ ਆਪ ਹੁਣ ਇਹਦੇ ਵਿੱਚ ਕੰਟਰੀਬਿਊਟ ਕਰ ਰਹੇ ਹਾਂ ਆਪਣੀ ਵਿਚਾਰਧਾਰਾ ਨੂੰ ਛੱਡ ਕੇ। ਕੱਲ੍ਹ ਨੂੰ ਆਪ ਸਾਰਿਆਂ ਨੇ ਜੂਨ 84 ਨੂੰ ਯਾਦ ਵੀ ਨਹੀਂ ਰੱਖਣਾ। 9, 10, ਜ਼ਿਆਦਾ ਤੋਂ ਜ਼ਿਆਦਾ 11, 12 ਜੂਨ ਤੱਕ ਤੁਸੀਂ ਜੂਨ 84 ਨੂੰ ਯਾਦ ਰੱਖੋਗੇ। ਫਿਰ ਜੂਨ ਚਲਾ ਜਾਵੇਗਾ, ਜੂਨ ਦਾ ਮਹੀਨਾ ਨਿਕਲ ਜਾਏਗਾ, ਅਗਲਾ ਜੂਨ ਆਏਗਾ, ਫਿਰ 1 ਜੂਨ ਤੋਂ ਤੁਸੀਂ ਇਸ ਕੰਮ ਨੂੰ ਹੁੰਗਾਰਾ ਦੇਣਾ ਸ਼ੁਰੂ ਕਰ ਦੇਵੋਗੇ। ਅੱਛੀ ਗੱਲ ਹੈ ਕਿ ਤੁਹਾਡੇ ਵੱਲੋਂ ਇਹ ਬਹੁਤ ਵੱਡਾ ਉਦਮ ਕੀਤਾ ਗਿਆ ਹੈ। ਖਾਸ ਕਰ ਨੌਜਵਾਨ ਪੀੜ੍ਹੀ ਨਾ ਹੁੰਦੀ ਸ਼ਾਇਦ ਇਤਿਹਾਸ ਵੀ ਸਾਹਮਣੇ ਨਾ ਹੁੰਦਾ, ਪਰ ਅਜੇ ਲੋੜ ਹੈ ਕੌਮ ਨੂੰ ਇੱਕ ਸਥਾਨ ਦੇਣ ਦੀ। ਸਾਡੇ ਆਪਣੇ ਹੀ ਅਗਰ ਕਮਜ਼ੋਰੀਆਂ ਜਿਹੜੀਆਂ ਨੇ ਉਹ ਭਾਵੇਂ ਸਾਡੇ ਆਪਣੇ ਸਿਸਟਮ ਦੇ ਵਿੱਚ ਜਿਹੜਾ ਕਿ ਗੁਰਦੁਆਰਾ ਪ੍ਰਬੰਧ ਦਾ ਨਿਜ਼ਾਮ ਹੈ ਉਹਦੇ ਵਿੱਚ ਚੱਲ ਰਹੀਆਂ ਨੇ, ਮੀਰੀ ਪੀਰੀ ਦੇ ਸਿਧਾਂਤ ਨੂੰ ਆਪਾਂ ਨੇ ਬਿਲਕੁਲ ਛੱਡ ਦਿੱਤਾ ਹੈ ਅਤੇ ਜਿਹਦੇ ਕਾਰਨ ਸਾਡੇ ਨਿਜ਼ਾਮਾਂ ਦੇ ਵਿੱਚ ਅੱਜ ਘੁਸਪੈਠੀਆਂ ਨੇ ਘੁਸਪੈਠ ਕਰ ਦਿੱਤੀ ਹੈ। ਲੋੜ ਹੈ ਕਿ ਅਸੀਂ ਇਸ ਚੀਜ਼ ਨੂੰ ਵਿਚਾਰੀਏ, ਇਸ ਚੀਜ਼ ਨੂੰ ਘੋਖੀਏ। ਤੁਸੀਂ ਜੂਨ 84 ਦੀ ਵੀਡੀਓਜ਼ ਜਿਹੜੀਆਂ ਨੇ ਉਹ ਸਾਡੇ ਚੈਨਲ 'ਤੇ ਜਿਹੜੀ ਹੈ ਇੱਕ ਖਾਸ ਪੇਸ਼ਕਸ਼ 2020 ਦੇ ਵਿੱਚ ਵੀ ਲੱਗੀ। ਇਸ ਸਾਲ ਵੀ ਅਸੀਂ ਉਹਦੇ 2 ਐਪੀਸੋਡਸ ਐਨਾਲਾਈਜ਼ਿੰਗ ਤਰੀਕੇ ਦੇ ਵਿੱਚ ਵਿਸ਼ਲੇਸ਼ਣ ਦੇ ਤੌਰ 'ਤੇ ਆਪ ਜੀ ਨੂੰ ਦੱਸੇ ਨੇ। ਅਗਰ ਪੂਰਾ ਇਤਿਹਾਸ ਜਾਣਨਾ ਤਾਂ ਤੁਸੀਂ 2020 ਦੀ ਖੂਨੀ ਪੱਤਰੇ ਸੀਰੀਜ਼ ਵਿਰਸਾ ਚੈਨਲ 'ਤੇ ਦੇਖ ਸਕਦੇ ਹੋ। ਇਸ ਸਾਲ ਆਪਾਂ ਵਿਸ਼ਲੇਸ਼ਣ ਤੌਰ 'ਤੇ ਉਸ ਚੀਜ਼ ਨੂੰ ਅੱਗੇ ਰੱਖਿਆ ਹੈ। 6 ਜੂਨ ਨੂੰ ਆਪਾਂ ਇਹ ਸੀਰੀਜ਼ ਖ਼ਤਮ ਕਰਨੀ ਸੀ ਖੂਨੀ ਪੱਤਰੇ, ਪਰ ਮੇਰਾ ਇਹ ਖਿਆਲ ਆਇਆ ਕਿ ਜ਼ਰਾ ਇਸ ਵਾਰ ਦੇਖਿਆ ਜਾਵੇ ਕਿ 6 ਜੂਨ ਤੋਂ ਬਾਅਦ ਵੀ ਸਾਡੇ ਹਿਰਦਿਆਂ ਦੇ ਵਿੱਚ ਕਿਧਰੇ ਅਕਾਲ ਤਖਤ ਦਾ ਦਰਦ, ਕਿਧਰੇ ਸਰੋਵਰ ਦਾ ਖੂਨ ਮਿਟ ਤਾਂ ਨਹੀਂ ਗਿਆ, ਕਿਧਰੇ ਮਾਵਾਂ ਦੀਆਂ ਚੀਕਾਂ, ਬੱਚਿਆਂ ਦਾ ਪਾਣੀ ਲਈ ਤੜਫਣਾ, ਕਿਧਰੇ ਬਜ਼ੁਰਗਾਂ ਦਾ ਤਰਸ ਜਾਣਾ, ਬਜ਼ੁਰਗਾਂ ਦਾ ਸਰਕਾਰ ਦੇ ਸਾਹਮਣੇ ਬਹੁਤ ਰੋਣਾ ਤਾਂ ਜੋ ਸਾਡੀਆਂ ਮਾਵਾਂ ਨੂੰ, ਭੈਣਾਂ ਨੂੰ, ਉਹਨਾਂ ਨੂੰ ਪਾਣੀ ਪਿਆਇਆ ਜਾਵੇ। ਕਿਧਰੇ ਸਾਡੇ ਦਿਲਾਂ ਤੋਂ ਇਹ ਨਿਕਲ ਤਾਂ ਨਹੀਂ ਗਿਆ ਕਿ ਅਸੀਂ ਅੱਜ ਵੀ ਭੁੱਲ ਚੁੱਕੇ ਹਾਂ ਉਸ ਚੀਜ਼ ਨੂੰ ਕਿ ਸਾਡੇ ਇਤਿਹਾਸ ਤੋਂ ਸਾਡੇ ਕਿਵੇਂ ਦੂਰ ਕੀਤਾ ਜਾ ਰਿਹਾ ਹੈ। ਮੇਰੀ ਬੇਨਤੀ ਜੇ ਕਿ ਅੱਜ ਵੀ ਅਸੀਂ ਆਪ ਆਪਣੇ ਮਹਾਨ ਇਤਿਹਾਸ ਨੂੰ ਵਿਗਾੜਨ ਦੇ ਵਿੱਚ ਜਿਹੜੇ ਯਤਨ ਕਰ ਰਹੇ ਹਨ ਛੱਡ ਦਈਏ ਅਤੇ ਧਿਆਨ ਦਈਏ ਕਿ ਜਿਹੜੇ ਨੁਕਸਾਨ ਕੌਮ ਨੇ ਹੁੰਡਾਏ ਨੇ, ਹਰ ਇੱਕ ਜਿਹੜੀ ਮੈਂ ਤੁਹਾਨੂੰ ਦੱਸ ਦੇਵਾਂ, ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਪੰਥ ਨੂੰ ਖਾਲਸੇ ਦਾ ਸਿਧਾਂਤ ਬਖਸ਼ਿਆ। ਇਸੇ ਤਰ੍ਹਾਂ 18ਵੀਂ ਸਦੀ ਦੇ ਸਿੰਘਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਉਹਦਾ ਫਲ ਸਰੂਪ ਸਾਨੂੰ ਖਾਲਸੇ ਦਾ ਰਾਜ ਮਿਲਿਆ। 1984 ਦੇ ਘੱਲੂਘਾਰੇ ਨੇ ਸਿੱਖਾਂ ਨੂੰ ਸਿਧਾਂਤਕ ਪੱਖੋਂ ਇੰਨਾ ਕੁ ਕਮਜ਼ੋਰ ਕਰ ਦਿੱਤਾ ਕਿ ਸਿੱਖ ਆਪਣੇ ਸਿਸਟਮ ਦੇ ਵਿੱਚ ਹੀ ਪੂਰੇ ਕੁ ਹੁਣ ਖੜੇ ਨਹੀਂ ਉਤਰ ਰਹੇ। ਇਹ ਸਾਡੀਆਂ ਕਮਜ਼ੋਰੀਆਂ ਨੇ। ਇਸ ਕਮਜ਼ੋਰੀ ਨੂੰ ਵਿਚਾਰਨਾ, ਇਸ ਕਮਜ਼ੋਰੀ ਨੂੰ ਅੱਗੇ ਪ੍ਰਚਾਰਨਾ ਇਹ ਕੰਮ ਤੁਹਾਡਾ ਹੈ।
ਇਹ ਸਿੱਖ ਕੌਮ ਹੀ ਹੈ ਜਿਹੜੀ ਕਿ ਭਾਵੇਂ ਕਿੰਨੇ ਕੁ ਜ਼ੁਲਮ ਹੋ ਜਾਵੇ, ਇੱਕ ਘਾਹ ਵਾਂਗੂ ਹੈ, ਭਾਵੇਂ ਕਿੰਨਾ ਕੱਢੋ ਮਾਰੋ, ਅਸੀਂ ਫਿਰ ਉਗਾਉਣਾ ਆ। ਸਾਡੀ ਚੜ੍ਹਦੀ ਕਲਾ ਦਾ ਕਾਰਨ ਹੀ ਹੈ ਕਿ ਅਸੀਂ ਸਿਧਾਂਤਕ ਪੱਖੋਂ ਸਾਡੇ ਪੁਰਾਤਨ ਸਿੰਘ ਜੁੜੇ ਸਨ, ਪਰ ਅਸੀਂ ਜਿਹੜੇ ਆ ਅੱਜ ਸਿਧਾਂਤਕ ਪੱਖੋਂ ਜੁੜੇ ਨਹੀਂ ਆ, ਸਗੋਂ ਹੁਣ ਸਿਧਾਂਤ ਨੂੰ ਛਿੱਕੇ 'ਤੇ ਠੰਗ ਕੇ ਜਿਹੜੀਆਂ ਚੀਜ਼ਾਂ ਦੇ ਵਿੱਚ ਰੁੱਝ ਚੁੱਕੇ ਹਾਂ, ਅੱਜ ਲੋੜ ਹੈ ਕਿ ਉਸ ਚੀਜ਼ ਨੂੰ ਹੁਣ ਸਮਾਪਤ ਕਰੀਏ। ਨੌਜਵਾਨ ਵੀਰ ਭੈਣ ਜਿਹੜੇ ਕਿ ਇਸ ਜੂਨ 84 ਦੇ ਨਾਲ ਬੜੇ ਜੁੜੇ ਹੋਏ ਨੇ, ਭਾਵੇਂ ਜੂਨ 84 ਦਾ ਜਿਹੜਾ ਇਤਿਹਾਸ ਹੈਗਾ ਹਰ ਇੱਕ ਨੌਜਵਾਨ ਵੀਰ ਭੈਣ ਦੇ ਦਿਲ ਦੇ ਵਿੱਚ ਵਸਿਆ ਪਿਆ, ਭਾਵੇਂ ਕਈਆਂ ਨੇ ਦੇਖਿਆ ਵੀ ਨਹੀਂ ਹੈ, ਪਰ ਉਸ ਦਾ ਇਤਿਹਾਸ ਬਾਬਾ ਜਰਨੈਲ ਸਿੰਘ ਦੀ ਸ਼ਖਸੀਅਤ, ਭਾਈ ਅਮਰੀਕ ਸਿੰਘ ਹੋਰਾਂ ਦੀ ਸ਼ਖਸੀਅਤ, ਬਾਬਾ ਠਾਰਾ ਸਿੰਘ ਹੋਰਾਂ ਦੀ ਸ਼ਖਸੀਅਤ ਨੌਜਵਾਨ ਵੀਰ ਭੈਣਾਂ ਦੇ ਦਿਲ ਦੇ ਵਿੱਚ ਵਸੀ ਹੈ। ਤੇ ਕੇਵਲ ਉੱਥੇ ਤੱਕ ਸੀਮਤ ਨਾ ਰਹੋ, ਇੱਥੋਂ ਤੁਸੀਂ ਅੱਗੇ ਪੜ੍ਹੋ। ਨੌਜਵਾਨ ਜਿਹੜੇ ਕਿ ਅਗਰ ਇਸ ਵਿਸ਼ੇ ਉੱਪਰ ਵਿਚਾਰ ਕਰਨਾ ਚਾਹੁੰਦੇ ਨੇ ਤਾਂ ਮੈਂ ਤੁਹਾਨੂੰ ਇਸ ਗੱਲ ਪੱਖੋਂ ਜ਼ਰੂਰ ਇੱਕ ਸੁਜੈਸਟ ਕਰਨਾ ਚਾਹੁੰਦਾ ਹਾਂ, ਅਤੇ ਮੇਰੀ ਰਾਏ ਇਹ ਹੈ ਕਿ ਤੁਸੀਂ ਕਿਤਾਬਾਂ ਨੂੰ ਪੜ੍ਹੋ, ਸਮਕਾਲੀਨ ਇਤਿਹਾਸ ਨੂੰ ਪੜ੍ਹੋ। ਉਸ ਸਮੇਂ ਸਰਦਾਰ ਕਪੂਰ ਸਿੰਘ ਜੀ ICSO ਬੜੇ ਹੀ ਪੰਥ ਦੇ ਮਹਾਨ ਵਿਦਵਾਨ ਨੇ। ਉਸ ਸਮੇਂ ਜੂਨ 84 ਦੇ ਘੱਲੂਘਾਰੇ ਦੇ ਵਿੱਚ ਉਹਨਾਂ ਦਾ ਸਰਕਾਰੀ ਅਹੁਦਾ ਖੋਹ ਲਿਆ ਗਿਆ ਸੀ, ਅਤੇ ਉਹਨਾਂ ਨੇ ਬਿਕਮੇ ਅੰਮ੍ਰਿਤ ਕਿਤਾਬ, ਸਾਚੀ ਸਾਕੀ ਕਿਤਾਬ ਜਿਹੜੀ ਹੈ ਜੂਨ 84 ਦੇ ਸਿੱਖਾਂ ਨੂੰ ਸਿਧਾਂਤਕ ਪੱਖੋਂ ਹਮਲੇ ਦੀ ਕਹਾਣੀ ਨੂੰ ਬੜੇ ਹੀ ਸਪਸ਼ਟ ਰੂਪ ਦੇ ਸਾਹਮਣੇ ਰੱਖਿਆ। ਤੁਸੀਂ ਉਸ ਨੂੰ ਜ਼ਰੂਰ ਪੜ੍ਹ ਸਕਦੇ ਹੋ। ਨਾਲ ਹੀ ਇੱਕ ਕਿਤਾਬ ਨੂੰ ਆਪ ਜੀ ਦੇ ਸਾਹਮਣੇ ਰੂਬਰੂ ਕਰਾਂ, ਜੇਕਰ ਆਪ ਜੀ ਨੇ ਪੂਰੇ ਹੀ ਇਤਿਹਾਸ ਨੂੰ ਇੱਕ ਇੱਕ ਦਿਨ ਦੀ ਘਟਨਾ ਨੂੰ ਸੁਣਨਾ ਹੈ, ਪੜ੍ਹਨਾ ਹੈ, ਅਤੇ ਉਸ ਘਟਨਾ ਨੂੰ ਇੱਕ ਨਜ਼ਰੀਏ ਪੱਖੋਂ ਵਾਚਣਾ ਹੈ, ਤਾਂ ਇਹ ਕਿਤਾਬ ਹੈਗੀ ਜੀ ਇਹ ਕਿਤਾਬ ਹੈ ਡਾਇਰੀ ਦੇ ਪੰਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਿਤਾਬ ਛਾਪੀ ਗਈ ਹੈ, ਡਾਇਰੀ ਦੇ ਪੰਨੇ। ਲੇਖਕ ਸਰਦਾਰ ਹਰਬੀਰ ਸਿੰਘ ਜੀ ਭੱਵਰ ਉਸ ਸਮੇਂ ਦੇ ਇੱਕ ਇਹ ਜਾਣੇ ਮਾਣੇ ਪੱਤਰਕਾਰ ਸਨ, ਅਤੇ ਇਹਨਾਂ ਨੇ ਬੜੇ ਹੀ ਢੰਗ ਦੇ ਨਾਲ ਇੱਕ ਇੱਕ ਦਿਨ ਦੇ ਇਤਿਹਾਸ ਨੂੰ, ਕਿਉਂਕਿ ਇਹ ਦਰਬਾਰ ਸਾਹਿਬ ਦੇ ਅੰਦਰ ਹੀ ਸਨ ਉਸ ਸਮੇਂ, ਇਹਨਾਂ ਨੇ ਬਹੁਤ ਸਪਸ਼ਟ ਤੌਰ 'ਤੇ ਇੱਕ ਇੱਕ ਦਿਨ ਦੇ ਇਤਿਹਾਸ ਨੂੰ, 1 ਜੂਨ ਤੋਂ ਲੈ ਕੇ 30 ਜੂਨ ਤੱਕ ਦੇ ਇਤਿਹਾਸ ਨੂੰ, ਉਹਦੇ ਬਾਅਦ ਵੀ ਪੰਜਾਬ ਭਰ ਦੇ ਵਿੱਚ ਕੀ ਵਾਪਰਿਆ ਉਹ ਦੱਸਿਆ ਹੈ। ਅਲੱਗ-ਅਲੱਗ ਸ਼ਖਸੀਅਤਾਂ ਦੇ ਇੰਟਰਵਿਊ ਵੀ ਇਹਦੇ ਵਿੱਚ ਦਰਜ ਨੇ, ਜਿਹਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਦਾ ਇੰਟਰਵਿਊ, ਗਿਆਨੀ ਸਾਹਿਬ ਸਿੰਘ ਦਾ ਇੰਟਰਵਿਊ, ਗਿਆਨੀ ਪ੍ਰਤਾਪ ਸਿੰਘ, ਗਿਆਨੀ ਪੂਰਨ ਸਿੰਘ, ਗਿਆਨੀ ਮੋਹਨ ਸਿੰਘ ਵਰਗਿਆਂ ਦੇ ਇੰਟਰਵਿਊਆਂ ਨੂੰ ਇਸ ਕਿਤਾਬ ਦੇ ਵਿੱਚ ਦਰਜ ਕੀਤਾ ਗਿਆ ਹੈ। ਇਸ ਡਾਇਰੀ ਰੂਪੀ ਕਿਤਾਬ ਦੇ ਵਿੱਚ ਆਪ ਜੀ ਪੜ੍ਹੋਗੇ ਕਿ ਕਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿੱਚ, ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਕਹਿਰ ਵਸਾਇਆ ਗਿਆ। ਇੱਕ ਇੱਕ ਪੰਨੇ ਦੇ ਵਿੱਚ ਤੁਹਾਨੂੰ ਉਸ ਖੂਨ ਦੇ ਨਾਲ ਤੁਸੀਂ ਜੁੜੋਗੇ, ਤੁਸੀਂ ਉਸ ਦਰਦ ਦੇ ਨਾਲ ਜੁੜਦੇ ਜਾਵੋਗੇ। ਲੇਖਕ ਨੇ ਬੜੇ ਹੀ ਸਪਸ਼ਟ ਢੰਗ ਦੇ ਨਾਲ ਇੱਕ ਅੱਖੀ ਡਿੱਠਾ ਹਾਲ ਨੂੰ ਸਾਡੇ ਤੱਕ ਪਹੁੰਚਾਇਆ, ਜਿਹਨੂੰ ਪੜ੍ਹ ਕੇ ਸਾਨੂੰ ਵੀ ਲੱਗਦਾ ਕਿ ਅਸੀਂ ਉਸ ਦਿਨ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਜ਼ਰੂਰ ਇਸ ਕਿਤਾਬ ਨੂੰ ਪੜ੍ਹਿਆ ਜਾਵੇ। ਡਾਇਰੀ ਦੇ ਪੰਨੇ ਕਿਤਾਬ, ਲੇਖਕ ਹਰਬੀਰ ਸਿੰਘ ਭੱਵਰ। ਇਹਦੇ ਵਿਸ਼ਲੇਸ਼ਣ ਦੇ ਲਈ ਤੁਸੀਂ ਅਗਰ ਪੜ੍ਹਨਾ ਹੈ ਬਿਕਮੇ ਅੰਮ੍ਰਿਤ, ਸਾਚੀ ਸਾਕੀ, ਇਹ ਕਿਤਾਬ ਤੁਸੀਂ ਉਹ ਪੜ੍ਹ ਸਕਦੇ ਹੋ। ਹੋਰ ਕਈਆਂ ਲੇਖਕਾਂ ਦੀ ਕਿਤਾਬ ਜਿਹੜੀਆਂ ਨੇ ਅੱਜ ਜੂਨ 84 'ਤੇ ਮਿਲਦੀਆਂ ਨੇ, ਪੜ੍ਹੋ ਜ਼ਰੂਰ, ਵਿਚਾਰੋ ਜ਼ਰੂਰ, ਪੜ੍ਹ ਕੇ ਵਿਚਾਰੋ ਕਿ ਅਸੀਂ ਖੜ੍ਹੇ ਕਿੱਥੇ ਹਾਂ, ਅੱਜ ਪੰਥ ਨੂੰ ਕਰਨ ਦੀ ਕੀ ਲੋੜ ਹੈ। ਜੂਨ 84 'ਤੇ ਫਿਰ ਅਸੀਂ 6 ਜੂਨ ਨੂੰ ਅਕਾਲ ਤਖ਼ਤ ਸਾਹਿਬ 'ਤੇ ਇੱਕ ਭਾਰੀ ਇਕੱਠ ਨਜ਼ਰ ਆਇਆ, ਜਿਹਦੇ ਵਿੱਚ ਸਾਨੂੰ ਇਹ ਸਿੱਖਿਆ ਤਾਂ ਮਿਲਦੀ ਹੈ ਕਿ ਪੰਥ ਕਦੇ ਵੀ ਇਸ ਚੀਜ਼ ਨੂੰ ਭੁਲਾ ਨਹੀਂ ਸਕਦਾ, ਅਤੇ ਪੰਥ ਦਾ ਜਿਹੜਾ ਸਟੈਂਡ ਹੈ ਉਹ ਇਸੇ ਚੀਜ਼ ਨੇ ਪੂਰੇ ਤਰੀਕੇ ਦੇ ਨਾਲ ਕੋਆਰਡੀਨੇਟ ਵਿੱਚ ਰੱਖਣਾ ਹੈ। ਪਰ ਜੇਕਰ ਸਾਡੀ ਕੋਆਰਡੀਨੇਸ਼ਨ ਪੰਥ ਦੇ ਮਸਲਿਆਂ ਬਾਰੇ ਨਹੀਂ ਬਣੀ, ਪੰਥਕ ਸਿਧਾਂਤ ਨੂੰ ਅੱਗੇ ਪ੍ਰਚਾਰਨ ਬਾਰੇ ਨਹੀਂ ਲੱਗੀ, ਗੁਰਦੁਆਰਾ ਪ੍ਰਬੰਧ ਦੇ ਨਿਜ਼ਾਮ ਨੂੰ ਠੀਕ ਕਰਨ ਬਾਰੇ ਨਹੀਂ ਲੱਗੀ, ਤਾਂ ਸਾਡਾ ਜੂਨ 84 ਦੇ ਦਿਹਾੜੇ ਮਨਾਉਣੇ ਅਸਫਲ ਰਹਿਣਗੇ। ਅੱਜ ਵੀ ਸਾਡੇ ਨਾਲ ਮੈਂ ਸਮਝਦਾ ਹਾਂ ਇੱਕ ਹਮਲਾ ਤਾਂ ਚੱਲ ਰਿਹਾ ਹੈ, ਹੁਣ ਸਾਡੇ ਨਾਲ ਆਈਡੀਓਲੋਜੀਕਲ ਕਨਫਲਿਕਟ ਜਿਹੜੀ ਹੈ ਸਮੇਂ ਦੀ ਸਰਕਾਰ ਖੇਲ ਰਹੀ ਹੈ, ਜਿਹਦੇ ਵਿੱਚ ਸਾਨੂੰ ਸਿਧਾਂਤ ਪੱਖੋਂ ਕਮਜ਼ੋਰ ਬੜਾ ਕੀਤਾ ਜਾ ਰਿਹਾ ਹੈ, ਔਰ ਕੀਤਾ ਵੀ ਗਿਆ ਹੈ, ਸਫਲ ਵੀ ਨੇ। ਸੋ ਧਿਆਨ ਰੱਖੋ ਕਿਧਰੇ ਆਪਣੇ ਜੋਸ਼ ਦੇ ਵਲਵਲੇ ਨੂੰ ਕੇਵਲ ਇੱਕ ਪਾਸੇ ਵੱਲ ਡਾਇਵਰਟ ਨਾ ਕਰ ਦਿਓ। ਇਹ ਦੂਜਾ ਪੱਖ ਹੈਗਾ ਆ ਜਿਹੜਾ ਬਹੁਤ ਮਹੱਤਵਪੂਰਨ ਪੱਖ ਹੈ। ਅੱਜ ਮੈਂ ਫਿਰ ਤੋਂ ਤੁਹਾਨੂੰ ਦੱਸ ਦਿਆਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਹਨੂੰ ਤਬਾਹ ਕਰਨ ਦਾ ਮਕਸਦ ਹੀ ਸੀ ਕਿ ਸਿੱਖ ਸਿਧਾਂਤਕ ਪੱਖੋਂ ਕਮਜ਼ੋਰ ਹੋ ਜਾਵੇ, ਸਿੱਖ ਆਪਣੇ ਸੋਰਸ ਤੋਂ ਦੂਰ ਹੋ ਜਾਵੇ, ਸਿੱਖ ਆਪਣੇ ਪੂਰੇ ਇਤਿਹਾਸ ਤੋਂ ਦੂਰ ਹੋ ਜਾਵੇ, ਸਾਨੂੰ ਸਾਡੇ ਮਹਾਨ ਇਤਿਹਾਸ ਤੋਂ ਦੂਰ ਰੱਖਿਆ ਜਾ ਰਿਹਾ ਹੈ। ਕਾਰਨ ਇਹੀ ਬਣਦਾ ਜਾ ਰਿਹਾ ਹੈ ਕਿ ਅਸੀਂ ਸਿਧਾਂਤਕ ਪੱਖੋਂ ਕਮਜ਼ੋਰੀ ਦੇ ਕਾਰਨ ਸਾਡਾ ਪ੍ਰਚਾਰ ਅੱਗੇ ਨਹੀਂ ਵਧ ਰਿਹਾ। ਅਸੀਂ ਸਿਧਾਂਤਕ ਪੱਖੋਂ ਇੰਨੇ ਕੁ ਕਮਜ਼ੋਰ ਹੋ ਚੁੱਕੇ ਹਾਂ ਕਿ ਜਦੋਂ ਸਾਡੇ ਇਤਿਹਾਸ ਬਾਰੇ ਸਾਨੂੰ ਕੋਈ ਪੁੱਛਦਾ ਵੀ ਹੈ, ਅਸੀਂ
ਪੂਰੇ ਹੀ ਕੌਨਫੀਡੈਂਸ ਦੇ ਨਾਲ ਉਹਨੂੰ ਦੱਸ ਵੀ ਨਹੀਂ ਸਕਦੇ ਵੀ ਸਾਡਾ ਇਤਿਹਾਸ ਕੀ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਪਰਿਆ ਘੱਲੂਘਾਰਾ ਆਪ ਜੀ ਨੂੰ ਦੱਸ ਦਈਏ ਕਿ ਇੱਕ ਇੱਕ ਦਿਨ ਦੇ ਵਿੱਚ ਉਹ ਕੇਵਲ ਲੜਾਈ, ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ, ਲੜਾਈ ਕੇਵਲ ਬਾਬਾ ਜਰਨੈਲ ਸਿੰਘ ਦੀ ਵਿਚਾਰਧਾਰਾ ਨਾਲ ਸੀ। ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਹੀਂ ਸੀ, ਲੜਾਈ ਸਿੱਖ ਦੇ ਸਿਧਾਂਤ ਨਾਲ ਸੀ, ਸਿੱਖ ਦੀ ਵਿਚਾਰਧਾਰਾ ਨਾਲ ਸੀ, ਸਿੱਖ ਦੀ ਨਿਆਰੇ ਸਰੂਪ ਦੇ ਨਾਲ ਸੀ। ਇਹ ਕੋਈ ਹਫ਼ਤੇ ਦਾ ਕੰਮ ਨਹੀਂ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ। ਇਹਦੀ ਤਿਆਰੀ ਜਿਸ ਸਮੇਂ ਤੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਤੋਂ ਕੀਤੀ ਗਈ ਹੈ ਅਤੇ ਸਿੱਖਾਂ ਨੂੰ ਸਿਧਾਂਤ ਪੱਖੋਂ ਕਮਜ਼ੋਰ ਕਰਨ ਦੀ ਗੱਲ ਜਿਹੜੀ ਹੈ ਉਹ ਲੋਕਾਂ ਵੱਲੋਂ ਪ੍ਰਚਾਰੀ ਗਈ ਹੈ ਅਤੇ ਅਸੀਂ ਆਪ ਉਹਦੇ ਵਿੱਚ ਹੁਣ ਮੋਹਰਾ ਬਣ ਕੇ ਕੰਮ ਕਰ ਰਹੇ ਹਾਂ। ਸਾਡੀਆਂ ਪੰਥਕ ਜਥੇਬੰਦੀਆਂ ਉਹਦੇ ਵਿੱਚ ਮੋਹਰਾ ਬਣ ਕੇ ਕੰਮ ਕਰ ਰਹੀਆਂ ਨੇ। ਉਹ ਸਿੱਖਾਂ ਨੂੰ ਸਿਧਾਂਤ ਨਾਲ ਜੋੜਨ ਦਾ ਨਹੀਂ, ਤੋੜਨ ਦਾ ਜ਼ਿਆਦਾ ਕੰਮ ਕਰ ਰਹੀਆਂ ਨੇ। ਸਿੱਖ ਮੀਡੀਆ ਵੀ ਇਹਦੇ ਵਿੱਚ ਕਟਘਰੇ ਵਿੱਚ ਖੜਾ ਹੁੰਦਾ ਆ, ਜਿਹੜੇ ਸਿੱਖਾਂ ਦੇ ਸਿਧਾਂਤ ਨੂੰ ਪ੍ਰਚਾਰਨ ਤੋਂ ਬਜਾਏ ਕਿਸੇ ਹੋਰ ਸਿਧਾਂਤਕ ਪੱਖ ਨੂੰ ਅੱਗੇ ਰੱਖ ਰਹੇ ਨੇ। ਉਹ ਚੀਜ਼ ਠੀਕ ਨਹੀਂ ਲੱਗਦੀ। ਆਪਾਂ ਜਿੰਨਾ ਕੁ ਹੋ ਸਕੀਏ, ਅੱਜ ਸੋਸ਼ਲ ਮੀਡੀਆ ਜ਼ਮਾਨਾ ਆ, ਤੁਸੀਂ ਸਾਰਾ ਕੁਝ ਇਹਨੂੰ ਪੜ੍ਹਿਆ ਹੈ, ਤੁਸੀਂ ਸਾਰਾ ਕੁਝ ਇਹਨੂੰ ਵਿਚਾਰਿਆ ਹੈ, ਤਾਂ ਜਦ ਤੱਕ ਤੁਹਾਡੀ ਵਿਚਾਰ, ਤੁਹਾਡੀ ਸੋਚ ਸਿਧਾਂਤਕ ਪੱਖੋਂ ਠੀਕ ਨਹੀਂ ਹੋਵੇਗੀ, ਤਦ ਤੱਕ ਮੇਰੇ ਖਿਆਲ ਨਾਲ ਇਹ ਦਿਹਾੜੇ ਮਨਾਉਣੇ ਅਸਫਲ ਰਹਿਣਗੇ। ਸੋ ਇੰਨੀ ਕੁ ਗੱਲਬਾਤ ਆਪ ਜੀ ਦੇ ਨਾਲ ਕਰਨੀ ਸੀ ਅਤੇ ਜੋ ਮੈਂ ਆਪ ਜੀ ਦੇ ਨਾਲ ਵਿਚਾਰਾਂ ਕਰਨੀਆਂ ਸਨ ਉਹ ਇਹੀ ਸੀ। ਸੋ ਗੁਰੂ ਘਰ ਦੇ ਆਏ ਦੋਖੀਆਂ ਨੂੰ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਜਿਸ ਨੇ ਵੀ ਮਾੜੀ ਅੱਖ ਨਾਲ ਤੱਕਿਆ ਹੈ, ਪੰਥ ਨੇ ਹਮੇਸ਼ਾ ਉਹਨੂੰ ਸਦਾ ਬਖਸ਼ੀ ਹੈ। ਇੰਝ ਹੀ ਦਰਬਾਰ ਸਾਹਿਬ ਦੇ ਵਿੱਚ ਹੋਏ ਹਮਲੇ ਦੇ ਜਿੰਨੇ ਕੁ ਵੀ ਗੁਨਾਹਗਾਰ ਸਨ, ਪੰਥਕ ਸੋਚ ਰੱਖਣ ਵਾਲੇ, ਪੰਥਕ ਹਿਰਦੇ ਪੰਥ ਦਰਦੀਆਂ ਨੇ, ਉਹਨਾਂ ਨੂੰ ਆਪਣੇ ਹਿਸਾਬ ਨਾਲ ਸਜ਼ਾਵਾਂ ਵੀ ਦਿੱਤੀਆਂ ਨੇ। ਸੋ ਇਹ ਆਪ ਜੀ ਨੂੰ ਇਸ ਤੋਂ ਵੀ ਸਿੱਖ ਲੈਣ ਦੀ ਇੱਕ ਚੀਜ਼ ਹੈ ਕਿ ਆਪਾਂ ਹਰ ਕਿਸੇ ਚੀਜ਼ ਨੂੰ ਦੇਖੋ। ਅੱਜ ਸਾਡੀ ਭਾਵਨਾ ਜਿਹਦੇ ਨਾਲ ਸਾਡੀ ਵੀ ਸਹਾਨੁਭੂਤੀ ਹੈ, ਸਿੱਧੂ ਮੂਸੇਵਾਲੇ ਨਾਲ ਲੱਗੀ, ਅਤੇ ਸਿੱਧੂ ਮੂਸੇਵਾਲੇ ਦੇ ਨਾਲ ਜਦੋਂ ਆਪਾਂ ਸਾਡੇ ਸਾਰਿਆਂ ਦੀ ਭਾਵਨਾ ਜੁੜੀ, ਉਹਦੀ ਆਵਾਜ਼ ਦੇ ਨਾਲ ਸਾਰਿਆਂ ਦੀ ਭਾਵਨਾ ਜੁੜੀ। ਅੱਜ ਉਹਦੀ ਅੰਤਿਮ ਅਰਦਾਸ 'ਤੇ ਵੀ ਕਿੰਨਾ ਕੁ ਇਕੱਠ ਵੱਜਿਆ, ਉਹਦੇ ਅੰਤਿਮ ਸੰਸਕਾਰ 'ਤੇ ਵੀ ਕਿੰਨਾ ਵੱਡਾ ਇਕੱਠ ਸੀ, ਕਿੰਨਾ ਨੌਜਵਾਨਾਂ ਦੇ ਵਿੱਚ ਜੋਸ਼ ਹੈ। ਅਤੇ ਇੱਕ ਬੜੀ ਚੰਗੀ ਗੱਲ ਵੀ ਹੈਗੀ ਹੈ ਕਿ ਨੌਜਵਾਨਾਂ ਦੇ ਵਿੱਚ ਜੋਸ਼ ਹੋਣਾ, ਨੌਜਵਾਨਾਂ ਦੇ ਵਿੱਚ ਦਰਦ ਦੱਸਦਾ ਹੈ ਕਿ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜਦੋਂ ਭਾਵਨਾ ਜੁੜ ਜਾਂਦੀ ਹੈ ਤਾਂ ਦਰਦ ਜ਼ਰੂਰ ਆਉਂਦਾ ਆ। ਕੋਈ ਐਸਾ ਇਲਾਕਾ ਨਹੀਂ ਜਿੱਥੇ ਸਿੱਧੂ ਮੂਸੇਵਾਲੇ ਦੀ ਇਨਸਾਫ ਦੀ ਗੱਲ ਨਹੀਂ ਕੀਤੀ ਜਾ ਰਹੀ। ਲੋਕ ਹਰ ਕੋਈ ਇਹਦੇ ਨਾਲ ਜੁੜ ਰਹੇ ਨੇ। ਸੋ ਕਿਉਂਕਿ ਉਹ ਉਸ ਕਰਕੇ ਹੀ ਜੁੜ ਰਹੇ ਨੇ, ਕਿਉਂਕਿ ਉਹਦੀ ਆਵਾਜ਼ ਦੀ ਭਾਵਨਾ, ਉਹਦੇ ਬੋਲਾਂ ਦੀ ਭਾਵਨਾ, ਉਹਦੇ ਇਨਕਲਾਬੀ ਗਾਣਿਆਂ ਦੀ ਭਾਵਨਾ ਤੁਹਾਡੇ ਅੰਦਰ ਜੁੜੀ ਹੋਈ ਹੈ। ਇਸ ਕਰਕੇ ਅੱਜ ਇੰਨਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਆ। ਉਸ ਤੋਂ ਪਹਿਲਾਂ ਦੀਪ ਸਿੱਧੂ ਵੀਰ ਦੀ ਨਾਲ, ਉਹਨਾਂ ਦੇ ਨਾਲ ਸਾਡੀ ਭਾਵਨਾ ਜਿਹੜੀ ਹੈ ਜੁੜੀ ਹੋਈ ਸੀ। ਇੰਝ ਮੇਰੇ ਵੀਰੋ ਭੈਣੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣਾ ਬਣਾਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਨਕਲਾਬੀ ਬੋਲਾਂ ਨੂੰ ਪੜ੍ਹੋ। ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਵਕਤ ਦੇ ਕੱਟੜਪੰਥੀਆਂ ਨੂੰ ਇੱਕ ਖੁੱਲ੍ਹਾ ਚੈਲੰਜ ਕੀਤਾ ਆ। ਗੁਰੂ ਗ੍ਰੰਥ ਸਾਹਿਬ ਨੇ ਵੀ ਵਾਹਿਗੁਰੂ ਦੇ ਜਿਹੜਾ ਸਰੂਪ ਹੈ ਉਹਨੂੰ ਬਾਕੀ ਲੋਕਾਂ ਤੋਂ ਅਲੱਗ ਦਰਸਾ ਕੇ ਇੱਕ ਅਕਾਲ ਪੁਰਖ ਨਾਲ ਜੁੜਨ ਦਾ ਸੰਦੇਸ਼ ਪੂਰੀ ਕਾਇਨਾਤ ਨੂੰ ਦਿੱਤਾ ਆ। ਇਸ ਦੇ ਖਿਲਾਫ ਵੀ ਕਈ ਲੋਕ ਖੜ੍ਹੇ ਹੋਏ। ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਵਰਗੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਘੁਸਪੈਠ ਕਰਨ ਦੀ ਵੀ ਕੋਸ਼ਿਸ਼ ਕੀਤੀ। ਅੱਜ ਵੀ ਐਸੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰ ਰਹੇ ਨੇ। ਸਾਡੇ ਮਹਾਨ ਗੁਰੂ ਨੂੰ ਕਿਧਰੇ ਨਾਲਿਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ, ਅਗਨ ਭੇਟ ਕਰ ਦਿੱਤਾ ਜਾਂਦਾ ਆ, ਫਾੜ ਦਿੱਤਾ ਜਾਂਦਾ ਆ। ਸਾਡਾ ਜ਼ਰੂਰੀ ਹੈ ਕਿ ਉਸ ਸਮੇਂ ਵੀ ਇਸ ਦਰਦ ਨੂੰ ਪ੍ਰਚਾਰਿਆ ਜਾਵੇ, ਇਸ ਦਰਦ ਅਤੇ ਜੋਸ਼ ਨੂੰ ਅੱਗੇ ਵਧਾਇਆ ਜਾਵੇ। ਉਹ ਭਾਵਨਾ ਤੁਹਾਡੀ ਉਸੇ ਸਮੇਂ ਆਵੇਗੀ ਜਦੋਂ ਤੁਸੀਂ ਕਿਸੇ ਦੇ ਬੋਲਾਂ ਦੇ ਨਾਲ ਪ੍ਰਭਾਵਿਤ ਹੋਵੋਗੇ। ਅਤੇ ਜਦੋਂ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਪ੍ਰਭਾਵਿਤ ਹੋਵੋਗੇ ਤਾਂ ਹੀ ਜਾ ਕੇ ਜਿਹੜੀਆਂ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਨੇ, ਜਾਂ ਗੁਰੂ ਘਰਾਂ ਦੀ ਬੇਅਦਬੀਆਂ, ਜਿਵੇਂ ਕਿ ਪਰਸੋਂ ਹੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਇੱਕ ਮਾਮਲਾ ਆਇਆ ਕਿ ਜੂਨ 84 ਦੇ ਘੱਲੂਘਾਰੇ ਵੇਲੇ ਵੀ ਇੱਕ ਇਨਸਾਨ ਨੇ ਤੰਬਾਕੂ ਦੀ ਬੀੜੀ ਪੀ ਕੇ ਸਰੋਵਰ ਦੇ ਵਿੱਚ ਸੁੱਟ ਦਿੱਤੀ। ਇਹ ਭਾਵਨਾ ਜਦੋਂ ਸਾਡੇ ਅੰਦਰ ਆਵੇਗੀ ਤਾਂ ਹੀ ਆਪਾਂ ਆਪਣੇ ਜੋਸ਼ ਨੂੰ ਅੱਗੇ ਵਧਾ ਸਕਾਂਗੇ। ਡੈਲੀਬਰੇਟਲੀ ਇਹ ਕੰਮ ਜੋ ਸਾਡੇ ਨਾਲ ਕੀਤਾ ਜਾ ਰਿਹਾ ਹੈ ਪੰਥ ਵਿਰੋਧੀ ਤਾਕਤਾਂ ਵੱਲੋਂ, ਉਹਨੂੰ ਰੋਕਣਾ ਵੀ ਇਹੀ ਹੈ ਕਿ ਇਹੀ ਜੋਸ਼ ਹੀ ਉਹਨੂੰ ਰੋਕ ਸਕਦਾ ਆ। ਔਰ ਇਹ ਜੋਸ਼ ਤਾਂ ਹੀ ਆਵੇਗਾ ਜਦੋਂ ਸਾਡੀ ਕਿਸੇ ਦੇ ਨਾਲ ਭਾਵਨਾ ਜੁੜੇਗੀ।
ਸਾਡੀ ਪੂਰੀ ਸਹਾਨੁਭੂਤੀ ਸਿੱਧੂ ਮੂਸੇਵਾਲੇ ਦੇ ਨਾਲ ਹੈ ਤੇ ਤੁਸੀਂ ਆਪਣੀ ਸਹਾਨੁਭੂਤੀ, ਸਾਰਿਆਂ ਨੇ ਆਪਣੀ ਸਹਾਨੁਭੂਤੀ ਕੀ ਸਾਡੇ, ਕਿਉਂਕਿ ਰਹਿਬਰ ਇੱਕ ਪਿਓ ਦੇ ਸਮਾਨ ਹੁੰਦਾ ਆ ਤੇ ਜਦੋਂ ਆਪਣੇ ਹੀ ਪਿਓ ਦੀ ਅਸੀਂ ਇੱਜ਼ਤ ਨਹੀਂ ਕਰ ਸਕਾਂਗੇ, ਉਹਦੇ ਲਈ ਭਾਵਨਾ ਨਹੀਂ ਹੋਵੇਗੀ, ਤਾਂ ਜਾ ਕੇ ਹੀ ਦੂਜੇ ਲੋਕ ਉਹਦੇ ਉੱਪਰ ਚੜ੍ਹ ਆਉਂਦੇ ਨੇ ਤੇ ਉਹਨਾਂ ਦੀ ਬੇਅਦਬੀ ਕਰਨ ਦਾ ਜੋ ਜ਼ਰੂਰਤ ਨੇ ਉਹ ਕਰਦੇ ਨੇ। ਤੇ ਇਸ ਜੋਸ਼ ਨੂੰ ਉਹਦੇ ਵਿੱਚ ਬਦਲੀਏ, ਗੁਰੂ ਘਰਾਂ ਦੇ ਵਿੱਚ ਹੋ ਰਹੀ ਬੇਅਦਬੀਆਂ ਨੂੰ, ਸਿੱਖ ਇਤਿਹਾਸ ਨੂੰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈ ਉਹਦੇ ਉੱਪਰ ਸੁਚੇਤ ਰਹੀਏ ਤੇ ਆਪ ਆਪਣੇ ਇਤਿਹਾਸ ਨੂੰ ਪ੍ਰਚਾਰੀਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ। ਬੋਲਦੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋਣਗੀਆਂ, ਆਪ ਸੰਗਤ ਬਖਸ਼ਣਯੋਗ ਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਅਗਲੇ ਕਿਸੇ ਵੀ ਸੈਸ਼ਨ ਦੇ ਵਿੱਚ ਆਪ ਜੀ ਦੇ ਨਾਲ ਮਿਲਾਂਗੇ। ਤਦ ਤੱਕ ਲਈ ਦਾਸ ਪ੍ਰਭਜੋਤ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ,